ਹੈਲੋ ਫਰੈਂਡਸ, ਵੈਲਕਮ ਟੂ ਜਨ ਹਾਈ-ਫਾਈ ਜੀਕੇ ਗੁਰੂ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਮੈਂ ਤੁਹਾਨੂੰ ਸਾਡੇ ਇਸ ਚੈਨਲ ਦੇ ਰਾਹੀਂ ਪੋਲੀਟੀਕਲ ਸਾਇੰਸ ਕਵਰ ਕਰਵਾ ਰਿਹਾ। ਪੋਲੀਟੀਕਲ ਸਾਇੰਸ ਦੀ ਪਿਛਲੀ ਕਲਾਸ ਵਿੱਚ ਆਪਾਂ ਰੈਗੂਲੇਟਿੰਗ ਐਕਟ 1773 ਈਸਵੀ ਬਾਰੇ ਪੜ੍ਹਿਆ ਸੀ, ਜੋ ਕਿ ਬ੍ਰਿਟਿਸ਼ ਸਰਕਾਰ ਨੇ ਈਸਟ ਇੰਡੀਆ ਕੰਪਨੀ ਦੇ ਕੰਮਾਂ ਨੂੰ ਨਿਯੰਤਰਣ ਕਰਨ ਲਈ ਪਾਰਿਤ ਕੀਤਾ ਸੀ। ਪਰ ਇਸ ਵਿੱਚ ਨਾ ਕੁਝ ਕਮੀਆਂ ਰਹਿ ਗਈਆਂ ਸੀ, ਜਿਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਕੀ ਸੀ, ਬ੍ਰਿਟਿਸ਼ ਸਰਕਾਰ ਨੇ ਇੱਕ ਨਵਾਂ ਅਧਿਨਿਯਮ ਲੈ ਕੇ ਆਈ ਸੀ। ਉਹ ਸੀਗਾ 1781 ਦਾ ਸੰਸ਼ੋਧਨ ਅਧਿਨਿਯਮ। ਅੱਜ ਆਪਾਂ ਇਸੇ ਬਾਰੇ ਹੀ ਡਿਸਕਸ ਕਰਾਂਗੇ। ਇਹ ਐਕਟ ਕਿਉਂ ਲਿਆਂਦਾ ਗਿਆ, ਇਹਦੇ ਪਿੱਛੇ ਕੀ ਕਾਰਨ ਸੀ, ਆਓ ਆਪਾਂ ਹੁਣ ਇਸ ਨੂੰ ਦੇਖਦੇ ਹਾਂ। ਰੈਗੂਲੇਟਿੰਗ ਐਕਟ 1773 ਦੀਆਂ ਕਮੀਆਂ ਨੂੰ ਠੀਕ ਕਰਨ ਲਈ, ਜਿਹੜਾ ਐਕਟ ਲਿਆਉਣ ਦਾ ਮੁੱਖ ਕਾਰਨ ਸੀਗਾ 1773 ਦੀਆਂ ਕਮੀਆਂ ਨੂੰ ਠੀਕ ਕਰਨ ਲਈ। ਅੱਗੇ ਹੈ ਗਵਰਨਰ ਜਨਰਲ ਪਲੱਸ ਕਾਉਂਸਲ ਵਰਸਸ ਸੁਪਰੀਮ ਕੋਰਟ। ਇਹਦੇ 'ਚ ਕੀ ਸੀ, ਜਿਹੜੀ ਗਵਰਨਰ ਜਨਰਲ ਅਤੇ ਉਹਦੀ ਕਾਉਂਸਲ ਸੀ, ਉਹਦਾ ਸੁਪਰੀਮ ਕੋਰਟ ਨਾਲ ਟਕਰਾਵ ਰਹਿੰਦਾ ਸੀ। ਜਿਹੜਾ ਟਕਰਾਵ ਸੀ ਪਤਾ ਕਿਉਂ ਹੁੰਦਾ ਸੀ, ਜਿਹੜੀ ਰੈਗੂਲੇਟਿੰਗ ਐਕਟ 1773 ਸੀਗਾ, ਉਹਦੇ ਵਿੱਚ ਇਹਨਾਂ ਨੂੰ ਦੋਨਾਂ ਨੂੰ ਬਰਾਬਰ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਸੀ, ਕਾਨੂੰਨ ਬਣਾਉਣ ਦੀਆਂ ਅਤੇ ਉਹਨੂੰ ਲਾਗੂ ਕਰਨ ਦੀਆਂ। ਫਿਰ ਕੀ ਹੋਇਆ ਕਿ ਜਦੋਂ ਇੱਕ ਮਾਮਲੇ ਉੱਪਰ ਹੀ ਦੋਨਾਂ ਦੇ ਅੱਡੋ ਅੱਡ ਫੈਸਲੇ ਆਉਂਦੇ ਸੀ, ਫਿਰ ਇਹਨਾਂ ਦਾ ਜਿਹੜਾ ਆਪਸ ਵਿੱਚ ਟਕਰਾਵ ਹੋਣ ਲੱਗ ਗਿਆ। ਫਿਰ ਇਹਨਾਂ ਨੇ ਟਕਰਾਵ ਨਾਲ ਜਿਹੜਾ ਟਕਰਾਵ ਹੋਇਆ, ਫਿਰ ਇਹਨੂੰ 1781 ਦੇ ਸੰਸ਼ੋਧਨ ਅਧੀਨਮ ਇਹਨਾਂ ਟਕਰਾਵ ਨੂੰ ਠੀਕ ਕੀਤਾ ਗਿਆ। ਉਹ ਆਪਾਂ ਅੱਗੇ ਦੇਖਾਂਗੇ ਕਿ ਇਹਨਾਂ ਦਾ ਕਿਵੇਂ ਨਿਪਟਾਰਾ ਕੀਤਾ। ਅੱਗੇ ਹੈ 1781 ਈਸਵੀ ਵਿੱਚ ਇਹ ਐਕਟ ਬ੍ਰਿਟਿਸ਼ ਸੰਸਦ ਨੇ ਪਾਰਿਤ ਕੀਤਾ। ਇਹ ਐਕਟ ਕਦੋਂ ਪਾਰਿਤ ਕੀਤਾ ਗਿਆ ਸੀਗਾ? 1781 ਈਸਵੀ ਵਿੱਚ। ਕਿਹਨੇ ਪਾਰਿਤ ਕੀਤਾ? ਬ੍ਰਿਟਿਸ਼ ਸੰਸਦ ਨੇ। ਅੱਗੇ ਹੈ 1781 ਈਸਵੀ ਦੇ ਸੰਸ਼ੋਧਨ ਅਧਿਨਿਯਮ ਦੇ ਹੋਰ ਨਾਂ। ਜਿਹੜਾ 1781 ਈਸਵੀ ਦਾ ਸੰਸ਼ੋਧਨ ਅਧਿਨਿਯਮ ਸੀਗਾ, ਇਹਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਇਹਦਾ ਨਾਮ ਦੇਖਦੇ ਹਾਂ। ਬੰਦੋਬਸਤ ਕਾਨੂੰਨ ਵੀ ਕਿਹਾ ਜਾਂਦਾ ਹੈ, ਐਕਟ ਆਫ ਸੈਟਲਮੈਂਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਅਤੇ ਇਹਨੂੰ ਅਮੈਂਡਿੰਗ ਐਕਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜਿਹੜੇ ਨਾਮ ਹੈ ਤੁਸੀਂ ਸਾਰੇ ਧਿਆਨ 'ਚ ਰੱਖਣੇ ਆ। ਅੱਗੇ ਹੁਣ ਆਪਾਂ ਗੱਲ ਕਰਾਂਗੇ ਇਸ ਦੀਆਂ ਵਿਸ਼ੇਸ਼ਤਾਵਾਂ ਦੀ। ਕਿਹਦੀਆਂ ਕੀ ਵਿਸ਼ੇਸ਼ਤਾਵਾਂ ਸੀ? ਇਸ ਕਾਨੂੰਨ ਦੇ ਤਹਿਤ ਕਲਕੱਤਾ ਦੀ ਸਰਕਾਰ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੇ ਲਈ ਵੀ ਵਿਧੀ ਨਿਰਮਾਣ ਦੀ ਸ਼ਕਤੀ ਪ੍ਰਦਾਨ ਹੋ ਗਈ। ਕੀ ਹੋਇਆ ਸੀ? ਇਹਦੇ ਵਿੱਚ ਜਿਹੜੀ ਕਲਕੱਤਾ ਦੀ ਸਰਕਾਰ ਸੀ, ਉਹਨੂੰ ਬੰਗਾਲ, ਬਿਹਾਰ ਅਤੇ ਉੜੀਸਾ ਲਈ ਕਾਨੂੰਨ ਨਿਰਮਾਣ ਦੀ ਸ਼ਕਤੀ ਮਿਲ ਗਈ ਸੀ। ਅੱਗੇ ਦੇਖਦੇ ਹਾਂ ਆਪਾਂ ਹੁਣ। ਇਸ ਅਧਿਨਿਯਮ ਦਾ ਪ੍ਰਮੁੱਖ ਪ੍ਰਬੰਧ ਗਵਰਨਰ ਜਨਰਲ ਦੀ ਪਰਿਸ਼ਦ ਅਤੇ ਸਰਵਉੱਚ ਅਦਾਲਤ ਦੇ ਆਪਸੀ ਸਬੰਧਾਂ ਦੀ ਸੀਮਾ ਦਾ ਨਿਰਧਾਰਨ ਕਰਨਾ ਸੀ। ਕੀ ਸੀ? ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਹਨਾਂ ਦੇ ਇੱਕ ਮਾਮਲੇ ਨੂੰ ਲੈ ਕੇ ਜਿਹੜਾ ਟਕਰਾਅ ਹੋ ਜਾਂਦਾ ਸੀ, ਫਿਰ ਕੀ ਸੀ, ਇਹਨਾਂ ਦਾ ਜਿਹੜੇ ਅੱਡੋ ਅੱਡ ਕਰੀਏ ਇਹਨਾਂ ਦੇ ਅਧਿਕਾਰ ਖੇਤਰਾਂ ਦਾ ਸੀਮਾ ਨਿਰਧਾਰਿਤ ਕੀਤੀ ਗਈ ਕਿ ਕਿਹੜੇ ਖੇਤਰ ਆ ਉਹ ਸੁਪਰੀਮ ਕੋਰਟ ਦੇ ਅੰਦਰ ਆਉਣਗੇ, ਕਿਹੜੇ ਮਾਮਲੇ ਜਾਂ ਗਵਰਨਰ ਜਨਰਲ ਦੀ ਪਰਿਸ਼ਦ ਕੋਲ ਜਾਣਗੇ, ਕਿ ਕਿਹਨਾਂ ਦਾ ਨਿਪਟਾਰਾ ਕੌਣ ਕਰੂਗਾ। ਇਹਦੇ ਵਿੱਚ 1781 ਈਸਵੀ ਦੇ ਸੰਸ਼ੋਧਨ ਐਕਟ ਵਿੱਚ ਇਹਨਾਂ ਦਾ ਨਿਪਟਾਰਾ ਕੀਤਾ ਗਿਆ। ਉਹ ਆਪਾਂ ਅੱਗੇ ਦੇਖਦੇ ਹਾਂ ਕਿਵੇਂ ਹੋਇਆ। ਰੈਗੂਲੇਟਿੰਗ ਐਕਟ ਦੁਆਰਾ ਪੈਦਾ ਕੀਤੀ ਗਈ ਇੱਕ ਸਭ ਤੋਂ ਵੱਡੀ ਮੁਸ਼ਕਿਲ ਸੁਪਰੀਮ ਕੋਰਟ ਅਤੇ ਗਵਰਨਰ ਜਨਰਲ ਦੀ ਕੌਂਸਲ ਵਿਚਕਾਰ ਤਕਰਾਰ ਸੀ। ਇਹ ਆਪਾਂ ਪੜ੍ਹੀਏ ਕਿ ਤਕਰਾਰ ਦਾ ਮੁੱਖ ਕਾਰਨ ਕੀ ਸੀ? ਇਹਨਾਂ ਕੋਲ ਬਰਾਬਰ ਸ਼ਕਤੀਆਂ ਸੀ, ਇਹ ਇੱਕ ਮਾਮਲੇ ਉੱਪਰ ਹੀ ਆਪਣੇ ਅਲੱਗ ਇਹਨਾਂ ਦੇ ਫੈਸਲੇ ਆ ਜਾਂਦੇ ਸੀ। ਅੱਗੇ ਹੈ ਇਸ ਅਧਿਨਿਯਮ ਅਨੁਸਾਰ ਗਵਰਨਰ ਜਨਰਲ ਅਤੇ ਪਰਿਸ਼ਦ ਦੇ ਹੱਕ ਵਿੱਚ ਸੁਪਰੀਮ ਕੋਰਟ ਦੀਆਂ ਕਈ ਸ਼ਕਤੀਆਂ ਨੂੰ ਘੱਟ ਕੀਤਾ ਗਿਆ। ਕੀ ਸੀ ਇਹਨਾਂ ਨਾਲ? ਕਿ ਜਿਹੜਾ 1781 ਦਾ ਐਕਟ ਆਇਆ ਸੀ, ਸੰਸ਼ੋਧਨ ਐਕਟ, ਇਹਦੇ ਨਾਲ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਵਿੱਚ ਕਟੌਤੀ ਕਰਕੇ ਕਿਹਨੂੰ ਦੇ ਦਿੱਤੀ ਗਈ? ਗਵਰਨਰ ਜਨਰਲ ਅਤੇ ਉਹਦੀ ਪਰਿਸ਼ਦ ਦੇ ਹੱਕ ਵਿੱਚ ਦੇ ਦਿੱਤੀ ਗਈ। ਇਸ ਕਾਨੂੰਨ ਨੇ ਗਵਰਨਰ ਜਨਰਲ ਅਤੇ ਕੌਂਸਲ ਨੂੰ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਤੋਂ ਬਰੀ ਅਰਥਾਤ ਮੁਕਤ ਕਰ ਦਿੱਤਾ ਗਿਆ, ਉਹਨਾਂ ਦੇ ਅਜਿਹੇ ਕੰਮਾਂ ਲਈ ਜੋ ਉਹਨਾਂ ਨੇ ਆਪਣੇ ਅਹੁਦੇ ਦੇ ਅਧਿਕਾਰ ਨਾਲ ਕੀਤੇ ਹੋਣ। ਇਹਦੇ ਵਿੱਚ ਕਿਹਾ ਗਿਆ ਹੈ ਜਿਹੜੀ ਗਵਰਨਰ ਜਨਰਲ ਅਤੇ ਉਹਦੀ ਕੌਂਸਲ ਸੀ, ਉਹਨਾਂ ਦੇ ਅਫੀਸ਼ੀਅਲ ਕੰਮਾਂ ਲਈ ਉਹ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਤੋਂ ਮੁਕਤ ਹੋ ਗਏ। ਇਹਦੇ ਵਿੱਚ 1781 ਦੇ ਸੰਸ਼ੋਧਨ ਐਕਟ ਵਿੱਚ ਕਿਹਾ ਗਿਆ ਸੀਗਾ। ਅੱਗੇ ਦੇਖਦੇ ਹਾਂ ਆਪਾਂ। ਇਸ ਅਧਿਨਿਯਮ ਦੁਆਰਾ ਸਰਵਉੱਚ ਅਦਾਲਤ ਉੱਪਰ ਇਹ ਰੋਕ ਲਗਾ ਦਿੱਤੀ ਗਈ ਕਿ ਉਹ ਕੰਪਨੀ ਦੇ ਕਰਮਚਾਰੀਆਂ ਦੇ ਕੰਮਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕਰ ਸਕਦਾ ਜੋ ਉਹਨਾਂ ਨੇ ਇੱਕ ਸਰਕਾਰੀ ਅਧਿਕਾਰੀ ਦੀ ਹੈਸੀਅਤ ਨਾਲ ਕੀਤੇ ਹੋਣ, ਅਰਥਾਤ ਕੰਪਨੀ ਦੇ ਅਧਿਕਾਰੀ ਸ਼ਾਸਕੀ ਰੂਪ ਵਿੱਚ ਕੀਤੇ ਗਏ ਆਪਣੇ ਕੰਮਾਂ ਲਈ ਸਰਵਉੱਚ ਅਦਾਲਤ ਦੇ ਕਾਰਜ ਖੇਤਰ ਤੋਂ ਬਾਹਰ ਹੋ ਗਏ। ਇਹਦੇ 'ਚ ਕੀ ਕਿਹਾ ਗਿਆ ਕਿ ਪਹਿਲਾਂ ਤਾਂ ਗਵਰਨਰ ਜਨਰਲ ਅਤੇ ਉਹਦੀ ਪਰਿਸ਼ਦ ਨੂੰ ਉਹਨਾਂ ਦੇ ਅਫੀਸ਼ੀਅਲ ਕੰਮਾਂ ਲਈ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਕਰਤਾ। ਫਿਰ ਇਹਨਾਂ ਨੇ ਕਿਹਾ ਜਿਹੜੇ ਕੰਪਨੀ ਦੇ ਕਰਮਚਾਰੀ ਵੀ ਆ, ਉਹਨਾਂ ਨੂੰ ਵੀ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਕੀਤਾ ਜਾਵੇ। ਕਿਹੜੇ ਕੰਮਾਂ ਲਈ? ਇਹਨਾਂ ਦੇ ਸ਼ਾਸਕੀ ਕੰਮਾਂ ਲਈ।
ਕਿ ਗਵਰਨਰ ਜਨਰਲ, ਉਹਦੀ ਪਰਿਸ਼ਦ ਅਤੇ ਜਿਹੜੇ ਈਸਟ ਇੰਡੀਆ ਕੰਪਨੀ ਦੇ ਕਰਮਚਾਰੀ ਸੀ ਉਹਨਾਂ ਦੇ ਓਫੀਸ਼ੀਅਲ ਕੰਮਾਂ ਲਈ ਉਹਨਾਂ ਨੂੰ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਤੋਂ ਮੁਕਤ ਕਰਤਾ ਸੀ, ਨਾ ਕਿ ਨਿੱਜੀ ਕੰਮਾਂ ਲਈ। ਅੱਗੇ ਹੈ, ਇਸ ਕਾਨੂੰਨ ਦੇ ਅੰਤਰਗਤ ਰਾਜਸਵ ਸੰਬੰਧੀ ਮਾਮਲੇ ਅਤੇ ਰਾਜਸਵ ਵਸੂਲੀ ਨਾਲ ਜੁੜੇ ਮਾਮਲਿਆਂ ਨੂੰ ਵੀ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਕਰਤਾ ਗਿਆ। ਹੁਣ ਇਹਨਾਂ ਨੇ ਹੋਰ ਕੀ ਕਿਹਾ ਕਿ ਜਿਹੜੇ ਰਾਜਸਵ ਸੰਬੰਧੀ ਨਾਲ ਜੁੜੇ ਮਾਮਲੇ ਆ, ਠੀਕ ਹੈ, ਰਾਜਸਵ ਵਸੂਲੀ ਨਾਲ ਜੁੜੇ ਮਾਮਲੇ ਆ, ਉਹ ਵੀ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਕਰ ਦਿੱਤੇ ਗਏ। ਇਹ ਅਧਿਕਾਰ ਕਿਹਨੂੰ ਦੇ ਦਿੱਤੇ ਗਏ? ਗਵਰਨਰ ਜਨਰਲ ਅਤੇ ਉਹਦੀ ਕੌਂਸਲ ਨੂੰ ਦੇ ਦਿੱਤੇ ਗਏ। ਇਹਦੇ ਨਾਲ ਹੋਰ ਕੀ ਸੀ, ਜਿਹੜੇ ਰਾਜਸਵ ਜਾਂ ਕਰ ਇਕੱਠਾ ਕਰਨ ਵਾਲੇ ਅਧਿਕਾਰੀ ਸੀ ਉਹ ਵੀ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਤੋਂ ਮੁਕਤ ਹੋ ਗਏ ਸੀ। ਅੱਗੇ ਦੇਖਦੇ ਹਾਂ ਹੁਣ ਆਪਾਂ, ਇਸ ਕਾਨੂੰਨ ਦੁਆਰਾ ਕਲਕੱਤਾ ਦੇ ਸਾਰੇ ਨਿਵਾਸੀਆਂ ਨੂੰ ਸਰਵਉੱਚ ਅਦਾਲਤ ਦੇ ਅਧਿਕਾਰ ਖੇਤਰ ਦੇ ਅੰਤਰਗਤ ਕਰਤਾ ਗਿਆ। ਕੀ ਹੋਇਆ ਕਿ ਜਿਹੜੇ ਕਲਕੱਤਾ ਦੇ ਲੋਕ ਸੀ ਉਹਨਾਂ ਨੂੰ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਦੇ ਅੰਡਰ ਲਿਆਂਦਾ ਗਿਆ। ਕਿਹੜੇ ਐਕਟ ਨਾਲ? 1781 ਦੇ ਸੰਸ਼ੋਧਨ ਐਕਟ ਨਾਲ। ਅੱਗੇ ਹੈ, ਅਦਾਲਤ ਦਾ ਭੂਗੋਲਿਕ ਅਧਿਕਾਰ ਖੇਤਰ ਸਿਰਫ ਕਲਕੱਤੇ ਤੱਕ ਹੀ ਸੀਮਿਤ ਹੋ ਗਿਆ। ਪਹਿਲਾਂ ਕੀ ਸੀ, ਆਪਾਂ ਦੇਖਿਆ ਕਿ ਜਿਹੜਾ ਸੁਪਰੀਮ ਕੋਰਟ ਸੀ ਇਹਦਾ ਅਧਿਕਾਰ ਖੇਤਰ ਪ੍ਰੈਜ਼ੀਡੈਂਸੀਆਂ ਤੱਕ ਵੀ ਫੈਲਿਆ ਹੋਇਆ ਸੀ। ਫਿਰ ਕੀ ਹੋਇਆ, ਜਦੋਂ 1781 ਦਾ ਐਕਟ ਆਇਆ, ਇਹਦੇ ਨਾਲ ਜਿਹੜਾ ਇਹਦਾ ਭੂਗੋਲਿਕ ਖੇਤਰ ਸੀ ਉਹ ਸਿਰਫ ਕਲਕੱਤੇ ਤੱਕ ਹੀ ਸੀਮਿਤ ਰਹਿ ਗਿਆ ਸੀ, ਯਾਨੀ ਕਿ ਬਹੁਤ ਘੱਟ ਕਰ ਦਿੱਤਾ ਸੀ ਉਹਦਾ ਭੂਗੋਲਿਕ ਅਧਿਕਾਰ ਖੇਤਰ। ਅੱਗੇ ਹੈ, ਇਸ ਕਾਨੂੰਨ ਅਧੀਨ ਅਦਾਲਤ ਨੂੰ ਆਪਣੀਆਂ ਆਗਿਆਵਾਂ ਅਤੇ ਆਦੇਸ਼ ਲਾਗੂ ਕਰਦੇ ਸਮੇਂ, ਸਰਕਾਰ ਨੂੰ ਕਾਨੂੰਨ ਬਣਾਉਂਦੇ ਸਮੇਂ ਅਤੇ ਸ਼ਾਸਨ ਪ੍ਰਬੰਧ ਚਲਾਉਂਦੇ ਸਮੇਂ ਕੀ ਸੀ, ਭਾਰਤ ਦੇ ਸਮਾਜਿਕ ਧਾਰਮਿਕ ਰੀਤੀ ਰਿਵਾਜਾਂ ਦਾ ਸਨਮਾਨ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਕਿ ਜਿਹੜੀਆਂ ਅਦਾਲਤਾਂ ਸੀ ਅਤੇ ਸਰਕਾਰ ਨੂੰ ਕੀ ਕਿਹਾ ਗਿਆ ਕਿ ਉਹ ਅਜਿਹੇ ਕਾਨੂੰਨ ਬਣਾਉਣ ਜਾਂ ਲਾਗੂ ਨਾ ਕਰਨ ਜਿਨ੍ਹਾਂ ਨਾਲ ਕਿ ਭਾਰਤੀਆਂ ਦੇ ਲੋਕਾਂ ਦੇ ਸਮਾਜਿਕ ਅਤੇ ਧਾਰਮਿਕ ਰੀਤੀ ਰਿਵਾਜਾਂ ਦਾ ਉਲੰਘਣ ਹੋਵੇ, ਉਹਨਾਂ ਦੇ ਧਾਰਮਿਕ ਰੀਤੀ ਰਿਵਾਜਾਂ ਦੇ ਕੋਈ ਖਿਲਾਫ ਕਾਨੂੰਨ ਨਾ ਬਣਾਇਆ ਜਾਵੇ, ਕਿ ਉਹਨਾਂ ਦੇ ਧਾਰਮਿਕ ਰੀਤੀ ਰਿਵਾਜਾਂ ਨੂੰ ਦੇਖਦੇ ਹੋਏ ਉਹਨਾਂ ਦੇ ਹਿਸਾਬ ਨਾਲ ਕਾਨੂੰਨ ਬਣਾਏ ਜਾਣ। ਅੱਗੇ ਦੇਖਦੇ ਹਾਂ, ਇਸ ਕਾਨੂੰਨ ਵਿੱਚ ਇਹ ਵਿਵਸਥਾ ਵੀ ਕੀਤੀ ਗਈ ਕਿ ਸਰਵਉੱਚ ਅਦਾਲਤ ਹਿੰਦੂਆਂ ਦੇ ਨਿੱਜੀ ਕਾਨੂੰਨ ਦੇ ਹਿਸਾਬ ਨਾਲ ਹਿੰਦੂਆਂ ਦੇ ਅਤੇ ਮੁਸਲਮਾਨਾਂ ਦੇ ਨਿੱਜੀ ਕਾਨੂੰਨ ਦੇ ਹਿਸਾਬ ਨਾਲ ਮੁਸਲਮਾਨਾਂ ਦੇ ਵਿਵਾਦ ਜਾਂ ਮਾਮਲੇ ਤੈਅ ਕਰੇ। ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੇ ਲੋਕ ਹੈ ਉਹ ਲੋਕਾਂ ਦੇ ਜਿਹੜੇ ਧਰਮ ਹੈ ਉਹਨਾਂ ਦੇ ਧਰਮ ਦੇ ਹਿਸਾਬ ਨਾਲ ਹੀ ਉਹਨਾਂ ਦੇ ਫੈਸਲੇ ਅਤੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇ। ਜਿਵੇਂ ਆਪਾਂ ਗੱਲ ਕਰੀਏ ਕਿ ਹਿੰਦੂਆਂ ਵਿੱਚ ਜਿਹੜੀ ਸਤੀ ਪ੍ਰਥਾ ਸੀਗੀ ਉਸ ਟਾਈਮ ਆਮ ਗੱਲ ਸੀ। ਇਹ ਉਹਨਾਂ ਦੇ ਧਾਰਮਿਕ ਅਤੇ ਸਮਾਜਿਕ ਰੀਤੀ ਰਿਵਾਜ ਦਾ ਇੱਕ ਅੰਗ ਸੀਗਾ। ਇਸ ਲਈ ਅੰਗਰੇਜ਼ਾਂ ਨੇ ਉਦੋਂ ਇਹ 'ਤੇ ਰੋਕ ਨਹੀਂ ਲਾਈ, ਕਿਉਂਕਿ ਬ੍ਰਿਟਿਸ਼ ਸੰਸਦ ਨੇ ਉਹਨਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਅਜਿਹੇ ਕਾਨੂੰਨ ਨਹੀਂ ਬਣਾਉਣਗੇ ਜਿਹੜੇ ਉਹਨਾਂ ਦੇ ਲੋਕਾਂ ਦੇ ਧਰਮ ਦੇ ਅਤੇ ਸਮਾਜ ਦੇ ਖਿਲਾਫ ਹੋਣ, ਉਹਨਾਂ ਦੇ ਰੀਤੀ ਰਿਵਾਜਾਂ ਦੇ ਖਿਲਾਫ ਹੋਣ। ਇਸੇ ਤਰੀਕੇ ਨਾਲ ਮੁਸਲਮਾਨਾਂ ਦੀ ਗੱਲ ਕਰੀਏ ਤਾਂ ਮੁਸਲਮਾਨਾਂ ਵਿੱਚ ਜਿਹੜੀ 3 ਤਲਾਕ ਦੀ ਗੱਲ ਸੀ ਉਸ ਟਾਈਮ ਆਮ ਗੱਲ ਸੀਗੀ। ਅੰਗਰੇਜ਼ਾਂ ਨੇ ਇਸ 'ਤੇ ਵੀ ਇਸ ਲਈ ਰੋਕ ਨਹੀਂ ਲਾਈ ਕਿਉਂਕਿ ਇਹ ਉਹਨਾਂ ਦੇ ਸਮਾਜਿਕ ਅਤੇ ਧਾਰਮਿਕ ਰੀਤੀ ਰਿਵਾਜ ਦਾ ਇੱਕ ਅੰਗ ਸੀਗਾ। ਅੱਗੇ ਹੁਣ ਦੇਖਦੇ ਹਾਂ ਆਪਾਂ, ਇਸ ਕਾਨੂੰਨ ਦੁਆਰਾ ਇਹ ਵਿਵਸਥਾ ਵੀ ਕੀਤੀ ਗਈ ਕਿ ਪ੍ਰਾਂਤਾਂ ਦੀਆਂ ਅਦਾਲਤਾਂ ਦੀ ਅਪੀਲ ਗਵਰਨਰ ਜਨਰਲ ਕੌਂਸਲ ਦੇ ਅਧੀਨ ਹੀ ਦਰਜ ਹੋਵੇ, ਨਾ ਕਿ ਸਰਵਉੱਚ ਅਦਾਲਤ ਵਿੱਚ। ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੀਆਂ ਨਿੱਜੀ ਅਦਾਲਤਾਂ ਸੀਗੀਆਂ, ਪ੍ਰਾਂਤਾਂ ਦੀਆਂ ਅਦਾਲਤਾਂ ਸੀਗੀਆਂ, ਪਹਿਲਾਂ ਕੀ ਸੀ, ਰੈਗੂਲੇਟਿੰਗ ਐਕਟ ਜਦੋਂ 1773 ਆਇਆ ਸੀ ਉਦੋਂ ਇਹਨਾਂ ਦੀ ਜਿਹੜੀ ਅਪੀਲ ਸੀਗੀ ਉਹ ਸੁਣੀ ਜਾਂਦੀ ਸੀ SC ਸੁਪਰੀਮ ਕੋਰਟ ਦੇ ਅੰਡਰ, ਠੀਕ ਹੈ। ਫਿਰ ਜਦੋਂ 1781 ਦਾ ਐਕਟ ਆਇਆ, ਸੰਸ਼ੋਧਨ ਐਕਟ, ਇਹਦੇ ਨਾਲ ਕੀ ਸੀ, ਜਿਹੜੀਆਂ ਹੁਣ ਆਹ ਪ੍ਰਾਂਤਾਂ ਦੀਆਂ ਅਦਾਲਤਾਂ ਸੀਗੀਆਂ ਇਹਨਾਂ ਦੀ ਅਪੀਲ ਸੁਪਰੀਮ ਕੋਰਟ ਕੋਲ ਨਾ ਸੁਣ ਕੇ ਕਿ ਗਵਰਨਰ ਜਨਰਲ ਦੀ ਕੌਂਸਲ ਕੋਲ ਇਹਨਾਂ ਦੀ ਅਪੀਲ ਸੁਣੀ ਜਾਵੇ। ਅੱਗੇ ਦੇਖਦੇ ਹਾਂ ਆਪਾਂ, ਇਸ ਕਾਨੂੰਨ ਵਿੱਚ ਗਵਰਨਰ ਜਨਰਲ ਇਨ ਕੌਂਸਲ ਨੂੰ ਪ੍ਰਾਂਤਾਂ ਦੀਆਂ ਅਦਾਲਤਾਂ ਅਤੇ ਕੌਂਸਲਾਂ ਪ੍ਰੋਵਿੰਸ਼ੀਅਲ ਕੋਰਟਸ ਐਂਡ ਕਾਉਂਸਲ ਲਈ ਨਿਯਮ ਬਣਾਉਣ ਦਾ ਅਧਿਕਾਰ ਦਿੱਤਾ ਗਿਆ। ਕੀ ਸੀ ਇਹਦੇ ਨਾਲ ਹੋਰ ਕੀ ਕੀਤਾ ਗਿਆ ਕਿ ਜਿਹੜੀ ਗਵਰਨਰ ਜਨਰਲ ਇਨ ਕੌਂਸਲ ਸੀ ਉਹਨੂੰ ਜਿਹੜੇ ਪ੍ਰਾਂਤਾਂ ਦੀਆਂ ਨਿਆਲਿਆ ਸੀਗੇ ਜਾਂ ਅਦਾਲਤਾਂ ਸੀਗੀਆਂ ਇਹਨਾਂ ਲਈ ਕਾਨੂੰਨ ਵੀ ਬਣਾ ਸਕਦਾ ਸੀ। ਕੌਣ ਬਣਾ ਸਕਦਾ ਸੀ? ਗਵਰਨਰ ਜਨਰਲ ਦੀ ਕੌਂਸਲ। ਕਿਹਨਾਂ ਲਈ? ਜਿਹੜੀਆਂ ਨਿੱਜੀ ਅਦਾਲਤਾਂ ਸੀਗੀਆਂ ਪ੍ਰਾਂਤਾਂ ਦੀਆਂ। ਅੱਗੇ ਦੇਖਦੇ ਹਾਂ, ਰੈਗੂਲੇਟਿੰਗ ਐਕਟ ਦੇ ਤਹਿਤ ਗਵਰਨਰ ਜਨਰਲ ਇਨ ਕੌਂਸਲ ਨੂੰ ਨਿਯਮਾਂ, ਆਰਡੀਨੈਂਸਾਂ ਅਤੇ ਨਿਯਮਾਂ ਨੂੰ ਜਾਰੀ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਪਰ ਉਹਨਾਂ ਨੂੰ ਸੁਪਰੀਮ ਕੋਰਟ ਵਿੱਚ ਰਜਿਸਟਰ ਕੀਤਾ ਜਾਣਾ ਸੀ। ਜਦੋਂ ਰੈਗੂਲੇਟਿੰਗ ਐਕਟ 1773 ਆਇਆ ਉਹਦੇ ਵਿੱਚ ਕਿਹਾ ਗਿਆ ਸੀ ਕਿ ਗਵਰਨਰ ਜਨਰਲ ਹੈ ਜਿਹੜਾ ਅਤੇ ਉਹਦੀ ਕੌਂਸਲ ਹੈ, ਇਹ ਗਵਰਨਰ ਜਨਰਲ ਅਤੇ ਉਹਦੀ ਕੌਂਸਲ ਹੈ, ਇਹ ਹੈ ਸੁਪਰੀਮ ਕੋਰਟ। ਇਹ ਗਵਰਨਰ ਜਨਰਲ, ਇਹ ਹੈ ਸੁਪਰੀਮ ਕੋਰਟ। ਪਹਿਲਾਂ ਜਦੋਂ ਰੈਗੂਲੇਟਿੰਗ ਐਕਟ 1773 ਆਇਆ ਸੀ ਤਾਂ ਉਹਦੇ ਵਿੱਚ ਕਿਹਾ ਗਿਆ ਸੀ ਜਿਹੜੀ ਗਵਰਨਰ ਜਨਰਲ ਹੈ ਉਹਨੂੰ ਜਦੋਂ ਕੋਈ ਵੀ ਕਾਨੂੰਨ ਬਣਾਊਗੀ ਜਾਂ ਲਾਗੂ ਕਰੂਗੀ ਤਾਂ ਉਹ ਕਾਨੂੰਨ ਹੈ ਜਿਹੜਾ ਨਾ ਸੁਪਰੀਮ ਕੋਰਟ ਵਿੱਚ ਰਜਿਸਟਰ ਕਰਾਉਣਾ ਜ਼ਰੂਰੀ ਸੀਗਾ। ਕਿਹਨੂੰ ਸੀਗਾ?
ਗਵਰਨਰ ਜਨਰਲ ਤੇ ਉਹਦੀ परिषद ਨੂੰ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਸੁਪਰੀਮ ਕੋਰਟ ਵਿੱਚ ਦਰਜ ਕਰਾਉਣਾ ਜਾਂ ਰਜਿਸਟਰ ਕਰਾਉਣਾ ਜ਼ਰੂਰੀ ਸੀ। ਫਿਰ ਜਦੋਂ 1781 ਦਾ ਐਕਟ ਆਇਆ, ठीक है, ये यह चीज़ जी खत्म कर दी गई कि हुण गवर्नर जनरल की परिषद है वो सुप्रीम कोर्ट विच कानून रजिस्टर कराए बिना भी लागू कर सकती है। अगे देखते हैं हुण आपां उपरोक्त विचार वटांदरे तो यह स्पष्ट हुंदा है कि सन 1781 का शोध कानून भारत के अधिकार खेत्र के संबंध खेत्रां की परिभाषा दे के न्यायपालिका तो कार्यपालिका नूं वख करन दी पहली कोशिश सी। इहदे विच की कहा गया कि पहली बार 1781 ईस्वी विच कार्यपालिका ते न्यायपालिका नूं वख करन दी पहली कोशिश कीती गई सी। अगे हुण अपने ਜਿਹੜੇ ਤੁਹਾਨੂੰ ਕੁਐਸਚਨ ਹੈ ਇਹਨਾਂ ਦੇ ਤੁਸੀਂ ਜਿਹੜੇ ਆਨਸਰ ਆ ਕਮੈਂਟ ਬਾਕਸ ਵਿੱਚ ਦੱਸਣੇ ਆ। ਇਹ ਕੱਲ੍ਹ ਦੀ ਵੀਡੀਓ ਵਿੱਚ ਆਪਾਂ ਜਿਹੜੇ ਸੀਗੇ ਪੜ੍ਹੇ ਸੀ ਉਹਨਾਂ ਵਿੱਚੋਂ ਇਹ ਮੈਂ ਕੁਐਸਚਨ ਲਏ ਆ। पहला क्वेश्चन है गवर्नर जनरल की परिषद के किन्ने मैंबर सन, ये तुसीं कमेंट करके दसना है कि जी रैगूलेटिंग एक्ट 1773 सी उहदे विच जिहड़े गवर्नर जनरल परिषद के मैंबर सीगे वो किन्ने सी। दूजा है कलकत्ता विच सुप्रीम कोर्ट की स्थापना कदों की गई है। ये दोनों के आंसर तुसीं कमेंट बॉक्स में करके दसने हैं कि पहले का किहड़ा आंसर है, दूजे का किहड़ा आंसर है। इस दे नाल ही जिहड़ी अपनी अज की वीडियो खत्म होंदी है। कल नूं आपां मिलांगे नैक्सट वीडियो। धन्नवाद जी।